परम सत्कारयोग सतगुरां दी साजी निवाजी गुरु रूप प्यारे गुरु सवारी साध संगत जी, आप जी सारी संगत गुरु दरबार दे विच आपो अपना प्यार सत्कार ले करके गुरु दरबार दे विच बैठे हाँ। अकाल पुरख ने किरपा कीती, अमृत वेले दी बख्शिश कीती है। सतगुरां दी किरपा दे नाल इस भागे समय हर एक मनुख नूं दी जिंदगी दे विच प्राप्त हुंदे ने। जद तो लेके संसार साजे समय समय दे अवतारी पुरख हर एक युग दे विच आए ने। गुरु नानक देव साहिब जी महाराज का जदों समा बनिया, अकाल पुरख जद खुद इस आप धरती ते आए, उस वक्त सी जिहड़े चार मत संसार दे विच चलदे सी। अमृत वेले दी बाणियां असी पढ़ते हाँ। जद असी शुरुआत करते हैं पहले तो गुरु नानक महाराज जियां दा पहली पौड़ी दे विच पहला वचन है, सोचै सोच न होवई जे सोची लख वार। ये जिहड़े उन्हां टाइमां दे विच एक मत सौधियां दा चलदा हुंदा सी। सौधी किहनूं कहिंदे सी कि ना ते ओह किसे दे हत्थ दा बनिया होया भोजन छकदे सी ते ना ओह किसे दे हत्थों पानी लैके पींदे सी ते ना ही वो कदे किसी दे वस्त्र जिहड़े सी वो पहनदे सी। उन्हां दा जिहड़ा सौण वाला बिस्तरा हुंदा सी उहनूं भी किसी नूं हत्थ नहीं लाउण दिंदे सी ते जिहड़ा उन्हां दे बर्तनां दे विच भोजन छकदे सी उन्हां बर्तनां नूं भी वो किसी नूं हत्थ नहीं लाउण दिंदे सी। ये उन्होंने अपनी जिंदगी के अंदर हर एक ने यह धारण किया होया सी। उन्हों की एक मर्यादा सी, उन्होंने कहते सी सोधी। कि उन्हें सारा कुछ ही सी जिहड़ा समाज दे विचों वो अलग रखते सी। ये बाबे नानक वेले भी सोधी सन ते ये सोधी गुरु गोबिंद सिंह महाराज वेले भी मौजूद सी। जदों गुरु गोबिंद सिंह महाराज रवालसर साहिब बैठे सी ना 22 धार दे राजे महाराज दे सामने, उन्हां राजियां ने भी गुरु गोबिंद सिंह महाराज नूं यही गल कही सी कि गुरु गोबिंद सिंह जी, असीं तुहाडे आखे लग के अमृत पान करन नूं तां तैयार हां, पर साडा जिहड़ा बाटा है ये तुसीं वखरा तैयार करो। असीं किसी दे झूठे बाटे दे विच असीं अमृत नहीं छकांगे। सोधी असीं किसी दे झूठे बाटे दे विच अमृत नहीं छकांगे। ये 22 धार दे राजे गुरु गोबिंद सिंह महाराज जियां नूं ये वचन करता। उन्होंने कहंदे जी अमृत छकण वास्ते असीं तैयार हां, पर असीं साडा बाटा जिहड़ा वो तुसीं एक स्पैशल तैयार करो।
ਹਰੀ ਸੈਨ ਰਾਜੇ ਦੇ ਕੋਲ ਬੈਠੇ ਸੀ ਮਹਾਰਾਜ। ਹਰੀ ਸੈਨ ਰਾਜਾ ਸੀ ਜਿਹੜਾ, ਇਹ ਹਿਮਾਚਲ ਦਾ ਬਹੁਤ ਵੱਡਾ ਰਾਜਾ ਹੋਇਆ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵੇਲੇ ਇਹ ਗੁਰੂ ਨਾਨਕ ਦੇ ਘਰ ਦਾ ਸਿੱਖ ਬਣਿਆ ਸੀ। ਕਿਵੇਂ ਬਣਿਆ? ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਇਸ 'ਤੇ ਮਹਾਨ ਕਿਰਪਾ ਕੀਤੀ ਸੀ ਕਿ ਰਾਜਾ ਹੋਣ ਦੇ ਬਾਵਜੂਦ ਵੀ ਇਹ ਮਹਾਰਾਜ ਦੇ ਚਰਨਾਂ ਵਿੱਚ ਗਿਆ, ਤੇ ਐਸੀ ਕਿਰਪਾ ਅਕਾਲ ਪੁਰਖ ਦੀ ਹੋਈ ਕਿ ਇਹਦਾ 40 ਮਿੰਟਾਂ ਦੇ ਸੁਪਨੇ ਦੇ ਵਿੱਚ 40 ਸਾਲਾਂ ਦਾ ਚੰਡਾਲਾਂ ਦੇ ਘਰ ਦਾ ਜਨਮ ਸੀ, ਜਿਹੜਾ ਜੀਵਨ ਸੀ, ਜਿਹੜੀ ਜ਼ਿੰਦਗੀ ਸੀ, ਉਹ ਕੱਟ ਦਿੱਤੀ ਸੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸੁਪਨੇ ਦੇ ਵਿੱਚ। ਰਾਤ ਦੇ ਸਮੇਂ ਨੂੰ ਸੁਪਨਾ ਆਇਆ, ਸੁੱਤੇ ਪਏ ਨੂੰ, ਸੁੱਤੇ ਪਏ ਨੂੰ ਜਦ ਸੁਪਨਾ ਆਇਆ ਤੇ ਸੁਪਨੇ ਦੇ ਵਿੱਚ ਚੰਡਾਲ ਦੇ ਘਰ ਦੇ ਵਿੱਚ ਇਹਦਾ ਜਨਮ ਹੋਇਆ, ਅਤੀ ਗਰੀਬ। ਉਸ ਤੋਂ ਬਾਅਦ ਇਹ ਸੁਪਨੇ ਦੇ ਵਿੱਚ ਹੀ ਵੱਡਾ ਹੋ ਗਿਆ, ਇਸ ਦੇ ਬੱਚੇ ਹੋਏ, ਬੜੇ ਬੱਚੇ। ਮੰਗਦਾ ਫਿਰਦਾ ਹੈ, ਮੰਗਦੇ ਫਿਰਦੇ ਨੂੰ ਪਹਿਲੇ ਤੇ ਭੋਜਨ ਮਿਲਿਆ ਨਾ। ਜਦੋਂ ਭੋਜਨ ਮਿਲਿਆ, ਜਿਹੜਾ ਠੂਠਾ ਇਹਨੇ ਅੱਗੇ ਕੀਤਾ ਸੀ ਉਹਦੇ ਵਿੱਚ ਭੋਜਨ ਪਾਇਆ ਤੇ ਉਹ ਟੁੱਟ ਗਿਆ ਤੇ ਮਿੱਟੀ ਦੇ ਵਿੱਚ ਸੀ ਜਿਹੜਾ ਭੋਜਨ ਮਿਲ ਗਿਆ। ਜਦੋਂ ਮਿੱਟੀ ਦੇ ਵਿੱਚ ਭੋਜਨ ਮਿਲ ਗਿਆ ਨਾ, ਤੇ ਇਸ ਰਾਜੇ ਦੀ ਰਾਤ ਨੂੰ ਸੁਪਨੇ ਦੇ ਵਿੱਚ ਸੁੱਤੇ ਪਏ ਦੀ ਅੱਖ ਖੁੱਲ੍ਹ ਗਈ। ਜਦੋਂ ਇਹਦੀ ਰਾਤ ਨੂੰ ਸੁਪਨੇ ਦੇ ਵਿੱਚ ਅੱਖ ਖੁੱਲ੍ਹੀ ਤੇ ਦੇਖਿਆ ਕਿ ਮੈਂ ਤੇ ਰਾਜਾ ਪਲੰਗ ਤੇ ਪਿਆ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਇਹ ਸਾਰੀ ਵਾਰਤਾ ਉਹਨੇ ਸੁਣਾਈ। ਕਹਿਣ ਲੱਗੇ, ਮਹਾਰਾਜ, ਰਾਤ ਨੂੰ ਸੁਪਨੇ ਦੇ ਵਿੱਚ ਮੈਨੂੰ ਇਹ ਸਾਰਾ ਕੁਝ ਮੇਰਾ ਜਿਹੜਾ ਜਨਮ ਸੀਗਾ ਉਹ ਚੱਲਿਆ। ਇਹ ਮਹਾਰਾਜ ਕਿਉਂ ਹੋਇਆ? ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਕਿਹਾ ਕਿ ਤੁਸੀਂ ਸਮਰੱਥ ਗੁਰੂ ਦੇ ਚਰਨਾਂ ਦੇ ਲੜ ਲੱਗੇ ਹੋ, ਤੇ ਸਮਰੱਥ ਗੁਰੂ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ। ਇਹ ਸਮਰੱਥ ਗੁਰੂ, ਗੁਰੂ ਨਾਨਕ ਦਾ ਘਰ ਐਸਾ ਹੈ ਕਿ ਤੇਰਾ 40 ਸਾਲਾਂ ਦਾ ਜਨਮ ਜਿਹੜਾ ਤੂੰ ਜਗਤ ਦੇ ਵਿੱਚ ਭੁਗਤਣਾ ਸੀ ਨਾ, ਅੱਤ ਦੀ ਗਰੀਬੀ ਦੇ ਵਿੱਚ, ਉਹ 40 ਮਿੰਟਾਂ ਦੇ ਵਿੱਚ ਰਾਤ ਦੇ ਸੁਪਨੇ ਦੇ ਵਿੱਚ ਤੇਰਾ ਕੱਟਿਆ ਗਿਆ। ਸਮਰੱਥ ਗੁਰੂ ਹੈ, ਤੇ ਸਮਰੱਥ ਗੁਰੂ ਹੈ ਜਿਹੜੇ ਉਹ ਤੇ ਕੁਛ ਵੀ ਕਰ ਸਕਦੇ ਹਨ। ਗੁਰੂ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ, ਇਸੇ ਲਈ ਇਹ ਜਿਹੜਾ ਗੁਰੂ ਸਾਹਿਬ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਅਨੰਨ ਸੇਵਕ ਸੀ। ਤੇ ਹਿਮਾਚਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 4 ਸਾਲ ਰਹੇ ਨੇ। ਕਿਸ ਦੀ ਬਦੌਲਤ? ਇਸ ਰਾਜੇ ਹਰੀ ਸੈਨ ਦੇ ਪਿਆਰ ਦੀ ਬਦੌਲਤ ਮਹਾਰਾਜ ਉੱਥੇ ਰਹੇ। 4 ਸਾਲ ਲਗਾਤਾਰ। ਕਿਉਂਕਿ ਜਿਹੜਾ ਰਵਾਲਸਰ ਹੈ, ਆਪ ਜੀ ਕਦੇ ਉੱਥੇ ਗਏ ਹੋਣਗੇ, ਸੰਕੇਤ ਮੰਡੀ ਤੋਂ ਥੋੜਾ ਹਟ ਕੇ ਹੈ, ਉੱਥੇ ਇੱਕ ਜੈਨੀਆਂ ਦਾ ਮੰਦਿਰ ਵੀ ਹੈ ਬਹੁਤ ਵੱਡਾ। ਬੜੇ ਧਾਰਮਿਕ ਸਥਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਿਮਾਚਲ ਦੇ ਵਿੱਚ ਜਿਹੜੇ ਨੇ ਉਹ ਬਣੇ ਹੋਏ ਨੇ। ਦੁਨੀਆ ਜਿਹੜੀ ਹੈ ਦਰਸ਼ਨ ਦੀਦਾਰੇ ਤਕਰੀਬਨ ਸਾਰੇ ਧਾਰਮਿਕ ਸਥਾਨਾਂ ਦੇ ਕਰਦੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਉਹਨਾਂ ਦੇ ਨਾਲ ਇਹ ਬਚਨ ਅਕਾਲ ਪੁਰਖ ਮਹਾਰਾਜ ਜੀਆਂ ਨੇ ਕੀਤੇ। ਕਹਿੰਦੇ, ਭਾਈ, ਇਹ ਤਾਂ ਨਹੀਂ ਹੋ ਸਕਦਾ ਕਿ ਅਸੀਂ ਤੁਹਾਡਾ ਜਿਹੜਾ ਬਾਟਾ ਹੈ ਇਹ ਵੱਖਰਾ ਤਿਆਰ ਕਰੀਏ ਤੇ ਦੂਜਿਆਂ ਵਾਸਤੇ ਵੱਖਰਾ ਤਿਆਰ ਕਰੀਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦ ਇਹ ਵਚਨ ਕੀਤੇ, ਉਹ ਕਹਿਣ ਲੱਗੇ, ਜੀ ਜੇ ਤੁਸੀਂ
नहीं साडा वखरा तैयार कर सकते तो असीं अमृतपान करने वास्ते तैयार नहीं हैं। गुरु साहिब जी महाराज जी कह लगे वो तो तुहाडी इच्छा अपनी है कि तुसीं अमृतपान करना या नहीं करना। लगातार गुरु गोबिंद सिंह जी महाराज अकाल पुरख जी इस हिमाचल प्रदेश दे विच उत्थे अकाल पुरख महाराज दीयां वस्तुआं भी पईआं हन। गुरुद्वारा पटल साहिब है उत्थे उत्थे महाराज ने वचन कीते सी, एक जिहड़ा कोई महाराज दे चरनां दे नाल जुड़ जांदा है। उत्थे एक ते गुरु गोबिंद सिंह जी महाराज जियां दा पलंग पिया जिस ते महाराज बैठे सन, ते एक साज पिया ते एक गुरु गोबिंद सिंह महाराज दी उस गुरुद्वारा साहिब दे विच बंदूक पई है। वो बंदूक 22 सेर पक्के दी है। पक्के सिर हुंदे सी ना, कुछ कच्चे सिर हुंदे सी, कुछ पक्के पुराने। ते कोले बैठा सी जदों भेंट कीती ना कि एक सिख ने गुरु गोबिंद सिंह महाराज नूं, ते कोले बैठा सी ये राजा हरी सैन। वो कह लग्या महाराज तुसीं इहनूं चला के ते देख लो, किते ना होवे कि तुसीं एडी वड्डी बंदूक नूं लैके जंग दे विच चले जाओ ते ये उत्थे जाके चले ना। इहनूं पहले महाराज तुसीं परख के ते देखो। जदों गुरु गोबिंद सिंह महाराज नूं तख्त श्री दमदमा साहिब आके बंदूक भेंट कीती सी, इत्थे भी गुरु साहिब जी महाराज ने भाई डल्ले नूं कहा सी, डल्लिया लिया तेरा कोई सिख अनिन्न सेवक, असी बंदूक परखनी है कि सही निशाने लाउंदी है कि नहीं लाउंदी। भाई डल्ले ने लभ्या जदों ते कोई ना लभ्या। जा कहंदे साडे सिखां नूं हुक्म कर दे। जदों सिखां नूं हुक्म कीता ते उस वक्त दमाला सजा रहे बाबा वीर सिंह बाबा धीर सिंह एक दूजे तो मुरे हो खड़दे ने। वो कहंदे महाराज पहला हुक्म तुहाडा मैं सुनिया सी। वो कहण लगे महाराज पहला हुक्म तुहाडा मैं सुनिया सी। फिर गुरु गोबिंद सिंह महाराज ने कहा सी देख डल्लिया इन्हां उत्तों दी मैं अपने पुत वारे ने, परख ते कर लईए। गुरु गोबिंद सिंह महाराज जी कहण लगे चंगा इंज कर, जा कहंदे एक दरिया दे एक पासे ते ब्यास दे दरिया दे 2-4 कोह ते जाके पिछे एक हांडी रखिया। वो दरिया दे विच तैरदी आवे ते ओहदे ते जिहड़ा ये बंदूक दा निशाना परखांगे। जदों गुरु गोबिंद सिंह महाराज ने वचन किया तो उस वक्त हरी सैन सी जिहड़ा महाराज दा हुक्म मन के ते हांडी सी जिहड़ी उहनूं हांडी नूं पानी दे विच छड़ दिता 2-4 को पिछे जाके। ते गुरु गोबिंद सिंह महाराज ने उस बंदूक दे विच सी जिहड़ा वो बरूद भर लिया कि हुण परख ते करनी है, क्योंकि हथियार जिहड़ा है ਜਿਹੜੇ ਪੁਰਾਤਨ ਸ਼ਸਤਰਧਾਰੀ ਸਿੰਘ ਨੇ ਉਹ ਹਥਿਆਰ ਨੂੰ ਲੋੜ ਪੈਣ ਤੋਂ ਪਹਿਲਾਂ ਪਰਖ ਕੇ ਰੱਖਦੇ ਨੇ, ਪਹਿਲਾਂ ਪਰਖਦੇ ਨੇ। ਉਹ ਜੇ ਲੋੜ ਪਵੇ ਆਪਣੀ ਰੱਖਿਆ ਕਰਨ ਦੀ ਜਾਂ ਕਿਸੇ ਦੀ ਰੱਖਿਆ ਕਰਨ ਦੀ ਹੋ ਸਕਦਾ ਇਹ ਨਾ ਚੱਲਣ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਬਰੂਦ ਭਰ ਲਿਆ। ਜਿਉਂ ਹਾਂਡੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਆਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਬੰਦੂਕ ਚਲਾ ਦਿੱਤੀ ਤੇ ਹਾਂਡੀ ਦੇ ਵਿੱਚ ਦੀ ਜਿਹੜੀ ਸੀ ਉਹ ਬੰਦੂਕ ਨਿਕਲ ਗਈ। ਬਰੂਦ ਨਿਕਲਿਆ ਪਰ ਹਾਂਡੀ ਸੀ ਜਿਹੜੀ ਉਹ ਫੁੱਟੀ ਨਹੀਂ ਸਾਰੀ। ਜਦੋਂ ਹਾਂਡੀ ਨਾ ਫੁੱਟੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਜਿਹੜੇ ਕੋਲ ਬੈਠੇ ਸੀਗੇ ਉਹ ਜਲਦੀ ਜਲਦੀ ਬੋਲ ਪਏ, ਕਹਿੰਦੇ ਮਹਾਰਾਜ ਚੰਗਾ ਕੀਤਾ ਤੁਸੀਂ ਜਿਹੜੀ ਬੰਦੂਕ ਪਰਖ ਲਈ। ਜਿਹੜੀ ਬੰਦੂਕ ਨੇ ਮਿੱਟੀ ਦੀ ਬਣੀ ਹੋਈ ਹਾਂਡੀ ਨਹੀਂ ਭੰਨੀ ਉਹ ਦੁਸ਼ਮਣਾਂ ਦੇ ਸਿਰ ਕਿੱਥੋਂ ਭੰਨ ਦਿੰਦੀ। ਉੱਥੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਬਚਨ ਕੀਤੇ ਸੀ, ਕਹਿਣ ਲੱਗੇ ਨਹੀਂ
ਇਹ ਜਿਹੜੀ ਹਾਂਡੀ ਸੀ ਨਾ, ਹਾਂਡੀ ਟੁੱਟੀ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਜੈਸੀ ਬਚੀ ਇਹ ਹਾਂਡੀ ਤੈਸੇ ਬਚੇਗੀ ਤੇਰੀ ਮਾਂਡੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਵਚਨ, ਜੋ ਮਾਂਡੀ ਕੋ ਲੁੱਟੇਗਾ ਅਸਮਾਨ ਗੋਲੇ ਛੁੱਟੇਗਾ। ਐ ਰਾਜਨ, ਜਿਵੇਂ ਹਾਂਡੀ ਬਚ ਗਈ ਹੈ ਨਾ ਇਸ ਬਰੂਦ ਤੋਂ, ਐਸੇ ਤਰ੍ਹਾਂ ਜਿਹੜੀ ਤੇਰੀ ਇਹ ਮੰਡੀ ਹੈ ਇਹ ਵੀ ਬਚੀ ਰਹੇਗੀ, ਤੇਰੀ ਮਾਂਡੀ ਬਚੇਗੀ। ਜੇ ਇਸ ਨੂੰ ਕੋਈ ਲੁੱਟੇਗਾ ਅਸਮਾਨ ਕੇ ਗੋਲੇ ਛੁੱਟੇਗਾ। ਜੇ ਤੇਰੀ ਇਸ ਮੰਡੀ ਨੂੰ ਕੋਈ ਲੁੱਟਣ ਆਵੇਗਾ, ਕੋਈ ਖਤਮ ਕਰਨ ਵਾਸਤੇ ਆਵੇਗਾ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੈਨੂੰ ਹਥਿਆਰ ਚਲਾਉਣ ਦੀ ਲੋੜ ਨਹੀਂ, ਅਸਮਾਨ ਦੇ ਵਿੱਚੋਂ ਗੋਲੇ ਆਉਣਗੇ ਤੇ ਦੁਸ਼ਮਣਾਂ ਨੂੰ ਖਤਮ ਕਰ ਦਿਆ ਕਰਨਗੇ। ਅਸਮਾਨ ਦੇ ਵਿੱਚੋਂ ਗੋਲੇ ਆਉਣਗੇ ਤੇ ਇਹ ਦੁਸ਼ਮਣਾਂ ਨੂੰ ਖਤਮ ਕਰਿਆ ਕਰਨਗੇ। ਦੋ ਰਿਆਸਤਾਂ ਨੇ, ਹਿਮਾਚਲ ਦੇ ਵਿੱਚ ਸੰਕੇਤ ਮੰਡੀ ਤੇ ਪੰਜਾਬ ਦੇ ਵਿੱਚ ਮਰੇਰਕੋਟਲਾ। ਇਹ ਦੋ ਰਿਆਸਤਾਂ ਨੇ ਜਿਹੜੀਆਂ ਰਿਆਸਤਾਂ ਨੂੰ ਅੱਜ ਤੱਕ ਕੋਈ ਖਤਮ ਨਹੀਂ ਕਰ ਸਕਿਆ। ਅੱਜ ਤੱਕ ਨਹੀਂ ਕੋਈ ਖਤਮ ਕਰ ਸਕਿਆ। ਇਹ ਦੋਨੇ ਰਿਆਸਤਾਂ ਜਿਹੜੀਆਂ ਨੇ ਬੜੀਆਂ ਘੁੱਗ ਵਸਦੀਆਂ ਨੇ। ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਸ਼ਹਿਰ ਨੂੰ ਤੇ ਹੋਰ ਜਗ੍ਹਾ ਤੇ ਪੰਜਾਬ ਦੇ ਵਿੱਚ ਬੜਾ ਸੀ ਜਿਹੜਾ ਜ਼ੁਲਮਾਂ ਦਾ ਖਾਤਮਾ ਕੀਤਾ ਸੀ, ਪਰ ਮਰੇਰਕੋਟਲਾ ਛੱਡਿਆ ਸੀ। ਇਹ ਪੰਜਾਬ ਦੇ ਵਿੱਚ ਘੁੱਗ ਵਸਦਾ ਸ਼ਹਿਰ ਹੈ। ਇਹ ਰਿਆਸਤ ਲਾਹੌਰ ਸ਼ਹਿਰ ਦੇ ਨਕਸ਼ੇ ਤੇ ਬਣਿਆ ਹੋਇਆ ਘੁੱਗ ਵਸਦਾ ਹੈ ਪੰਜਾਬ ਦੇ ਵਿੱਚ। ਇਹਦਾ ਇੱਕ ਲੰਬਾ ਚੌੜਾ ਇਤਿਹਾਸ ਹੈ, ਪਿਛੋਕੜ, ਕਿ ਕਿਹੜੇ ਕਾਰਨ ਕਰਕੇ ਬਾਕੀ ਦੇ ਸਾਰੇ ਸ਼ਹਿਰ ਸੀ ਜਿਹੜੇ ਮੁਸਲਮਾਨਾਂ ਵੀਰਾਂ ਦੇ, ਉਹ ਸਾਰੇ ਦੇ ਸਾਰੇ ਚਲੇ ਗਏ, ਪਰ ਕੱਲਾ ਮਰੇਰਕੋਟਲਾ ਪੰਜਾਬ ਦੇ ਵਿੱਚ ਘੁੱਗ ਕਿਉਂ ਵਸਦਾ? ਇਹ ਰਿਆਸਤ ਕਿਉਂ ਬਚੀ ਹੋਈ ਹੈ? ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਵਚਨ ਉਸ ਰਾਜੇ ਹਰੀ ਸੈਨ ਨੂੰ ਕਹਿੰਦੇ, ਇਸ ਤੇਰੀ ਮੰਡੀ ਨੂੰ ਕਹਿੰਦੇ ਜਦੋਂ ਕੋਈ ਲੁੱਟਣ ਆਵੇਗਾ ਤੈਨੂੰ ਹਥਿਆਰ ਚੁੱਕਣ ਦੀ ਲੋੜ ਨਹੀਂ ਹੈ। ਇਸ ਮੰਡੀ ਦੇ ਉੱਪਰੋਂ ਹੀ ਦੁਸ਼ਮਣਾਂ ਦੇ ਉੱਪਰ ਨੇ ਜਿਹੜੇ ਉਹ ਅੱਗ ਦੇ ਗੋਲੇ ਡਿੱਗਿਆ ਕਰਨਗੇ। ਤੇ ਹਜੇ ਤੱਕ ਵੀ ਘੁੱਗ ਵਸਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਵਚਨ, ਮਹਾਰਾਜ ਨੇ ਵਚਨ ਕੀਤਾ, ਕਹਿਣ ਲੱਗੇ ਭਾਈ ਤੁਸੀਂ ਅੰਮ੍ਰਿਤ ਪਾਨ ਕਰਨਾ ਹੈ, ਚਾਹੇ ਨਹੀਂ ਕਰਨਾ ਮਰਜ਼ੀ ਤੁਹਾਡੀ ਹੈ, ਪਰ ਜਿਹੜਾ ਤੁਸੀਂ ਕਹਿੰਦੇ ਹੋ ਨਾ ਕਿ ਸਾਡਾ ਬਾਟਾ ਸਪੈਸ਼ਲ ਤਿਆਰ ਕਰੋ, ਸਪੈਸ਼ਲ ਬਾਟਾ ਨਹੀਂ ਤਿਆਰ ਹੋਣਾ। ਸਪੈਸ਼ਲ ਗੁਰੂ ਦੇ ਘਰ ਦੇ ਵਿੱਚ ਕਿਸੇ ਵਾਸਤੇ ਕੋਈ ਵੀ ਵਸਤੂ ਤਿਆਰ ਨਹੀਂ ਹੁੰਦੀ। ਨਾ ਸਪੈਸ਼ਲ ਕਿਸੇ ਵਾਸਤੇ ਬੋਲ ਤਿਆਰ ਹੁੰਦੇ ਨੇ, ਨਾ ਕਿਸੇ ਵਾਸਤੇ ਸਪੈਸ਼ਲ ਭੋਜਨ ਪਾਣੀ ਤਿਆਰ ਹੁੰਦਾ ਹੈ, ਨਾ ਕਿਸੇ ਵਾਸਤੇ ਸਪੈਸ਼ਲ ਜਿਹੜੇ ਨੇ ਉਹ ਕੋਈ ਵਸਤਰ ਜਾਂ ਹੋਰ ਇਤਿਆਦਿਕ ਵਸਤੂਆਂ ਜਿਹੜੀਆਂ ਉਹ ਤਿਆਰ ਕੀਤੀਆਂ ਜਾਂਦੀਆਂ ਨੇ। ਹੁਣ ਤੇ ਚਲੋ ਦੁਨੀਆ ਜਿਹੜੀ ਹੈ ਉਹ ਵੱਖਰੇ ਪਾਸੇ ਚਲੇਗੀ। ਹੁਣ ਤੇ ਜਿਹੜੇ ਬਾਟਾ ਅੰਮ੍ਰਿਤ ਦਾ ਛਕਾਉਂਦੇ ਨੇ ਉਹ ਵੀ ਸਪੈਸ਼ਲੀ ਤਿਆਰ ਕਰ ਦਿੰਦੇ ਨੇ ਬਥੇਰੇ। ਹੋਰ ਵੀ ਬੜਾ ਕੁਝ ਸਪੈਸ਼ਲ ਤਿਆਰ ਹੋਣ ਲੱਗ ਗਿਆ। ਜੇ ਸਪੈਸ਼ਲ ਵਸਤੂਆਂ ਤਿਆਰ ਕਰ ਕਰਕੇ ਕਿਸੇ ਨੂੰ ਦਿੱਤੀਆਂ, ਉਹਦੇ ਵਿੱਚ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਜਿਹੜੀ ਅਕਾਲ ਪੁਰਖ ਮਹਾਰਾਜ ਜੀਆਂ ਨੇ ਸਾਨੂੰ ਦਾਤ ਬਖਸ਼ੀ ਹੈ, ਉਹ ਦਾਤ ਦੀ ਬਰਕਤ ਨਹੀਂ ਉਸ ਦੇ ਵਿੱਚ ਹੋਵੇਗੀ। ਸਪੈਸ਼ਲ ਚੀਜ਼ਾਂ ਤਿਆਰ ਹੋ ਜਾਂਦੀਆਂ ਨੇ। ਵੱਖਰੀ ਗੱਲ ਹੈ ਕਿ ਜਿਵੇਂ ਹੁਣ ਭੋਜਨ ਪਾਣੀ ਹੈ, ਇਹ ਅਨੇਕਾਂ ਤਰ੍ਹਾਂ ਦਾ ਸਪੈਸ਼ਲ ਤਿਆਰ ਕੀਤਾ ਜਾਂਦਾ ਹੈ ਕਿ ਇਹਨੂੰ ਸਪੈਸ਼ਲ ਤਿਆਰ ਕਰ ਦਿਓ। ਬਰਕਤ ਹੈ। ਪਹਿਲੇ ਬੰਦਾ ਬੈਠਾ ਬੜਾ ਭਗਤੀ ਸ਼ਕਤੀ ਵਾਲਾ ਲੱਗਦਾ ਜਦੋਂ ਭੋਜਨ ਛਕਦਾ ਹੁੰਦਾ ਹੈ, ਪਰ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਜਦੋਂ ਭੋਜਨ ਛਕ ਕੇ ਤੇ ਫਿਰ ਲੜਾਈਆਂ ਕਰਨ ਬਹਿ ਜਾਂਦਾ ਹੈ। ਬਰਕਤ ਨਹੀਂ ਨਾ। ਸਪੈਸ਼ਲ
ਗੁਰੂ ਸਾਹਿਬ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵੇਲੇ 4 ਮਤ ਉਸ ਵਕਤ ਚੱਲਦੇ ਸੀ। ਆਪ ਜੀ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਸੁਣਦੇ ਹਾਂ ਆਪਾਂ। ਚਾਰੇ ਮਤਾਂ ਦੇ ਵਿੱਚੋਂ ਪਹਿਲੀ ਪੌੜੀ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਬਚਨ ਕੀਤੇ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਸੋਧੀਆਂ ਵਾਸਤੇ ਇਹ ਸੋਧੀ ਮਤ ਸੀ। ਸੋਧੀਆਂ ਵਾਸਤੇ ਮਹਾਰਾਜ ਨੇ ਉਚਾਰਨ ਕੀਤਾ ਸੀ। ਕਹਿੰਦੇ ਜੇ ਤੁਸੀਂ ਸੋਧ ਕਰਦੇ ਹੋ ਨਾ ਆਪਣੇ ਵਸਤਰਾਂ ਦੀ ਵੀ, ਚੰਗੇ ਚੰਗੇ ਵਸਤਰ, ਸਾਫ ਸੁਥਰੇ ਵਸਤਰ, ਮਹਾਰਾਜ ਕਹਿਣ ਲੱਗੇ ਤੁਹਾਨੂੰ ਕੁਝ ਨਹੀਂ ਮਿਲਣਾ, ਕਿਉਂਕਿ ਵਸਤਰ ਚੰਗੇ ਪਾਉਣ ਦੇ ਨਾਲ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਤੁਹਾਡਾ ਮਨ ਚੰਗਾ ਨਹੀਂ ਹੋਣ ਲੱਗਿਆ। ਚੰਗਾ ਚੰਗਾ ਭੋਜਨ ਛਕਣ ਦੇ ਨਾਲ, ਤੁਸੀਂ ਆਪਣੇ ਹੱਥੀਂ ਤਿਆਰ ਕੀਤਾ, ਕਿਸੇ ਦਾ ਤਿਆਰ ਕੀਤਾ ਭੋਜਨ ਨਹੀਂ ਛਕਦੇ ਹੋ, ਐਡੇ ਵੱਡੇ ਸੋਧੀ ਹੋ। ਮਹਾਰਾਜ ਕਹਿੰਦੇ ਤੁਸੀਂ ਆਪਣੇ ਹੱਥ ਦਾ ਭੋਜਨ ਆਪ ਸੱਚਾ ਤੇ ਸੁੱਚਾ ਭੋਜਨ ਤਿਆਰ ਕੀਤਾ ਹੈ। ਮਹਾਰਾਜ ਕਹਿੰਦੇ ਸੱਚਾ ਸੁੱਚਾ ਭੋਜਨ ਛਕਣ ਦੇ ਨਾਲ ਤੁਹਾਡਾ ਮਨ ਹੈ ਜਿਹੜਾ ਇਹ ਸੱਚਾ ਨਹੀਂ ਹੋਣ ਲੱਗਿਆ। ਸੋਧੀਆਂ ਦੇ ਵਾਸਤੇ, ਸੋਧੀ ਮਤ ਵਾਸਤੇ ਮਹਾਰਾਜ ਨੇ ਵਚਨ ਉਚਾਰੇ। ਤੁਸੀਂ ਆਪਣੀ ਤਲਾਈ ਵੀ ਵੱਖਰੀ ਰੱਖੀ ਹੈ। ਆਪਣੀ ਤਲਾਈ ਕਿਸੇ ਨੂੰ ਨਹੀਂ ਦਿੰਦੇ। ਜਿੱਥੇ ਤੁਸੀਂ ਪਹਿਨਦੇ ਹੋ, ਜਿੱਥੇ ਤੁਸੀਂ ਬੈਠਦੇ ਹੋ, ਜੋ ਤੁਸੀਂ ਪਹਿਨਦੇ ਹੋ, ਜੋ ਤੁਸੀਂ ਖਾਂਦੇ ਹੋ, ਜੋ ਤੁਸੀਂ ਦੇਖਦੇ ਹੋ, ਜੋ ਤੁਸੀਂ ਬੋਲਦੇ ਹੋ, ਬੜੇ ਸੋਧ ਕੇ ਤੁਸੀਂ ਜਿਹੜੇ ਹੈ ਉਹ ਆਪਣੇ ਬਚਨ ਬੋਲਦੇ ਹੋ। ਸੋਧੇ ਬੋਲਦੇ ਘੱਟ ਹੁੰਦੇ ਨੇ। ਬਥੇਰੀ ਦੁਨੀਆਦਾਰੀ ਦੇ ਵਿੱਚ ਇਹੋ ਜਿਹੇ ਬੰਦੇ ਹੁੰਦੇ ਨੇ, ਬੋਲਦੇ ਹੀ ਨਹੀਂ, ਬੜਾ ਘੱਟ ਬੋਲਦੇ ਨੇ। ਗੁਰੂ ਨਾਨਕ ਮਹਾਰਾਜ ਨੇ ਕਿਹਾ ਬਹੁਤਾ ਬੋਲਣ ਝੱਖਣ ਹੋਏ, ਬਿਨਾਂ ਵਜ੍ਹਾ ਤੋਂ ਬੋਲੀ ਜਾਣਾ ਵੀ ਝੱਖ ਮਾਰਨੀ ਹੈ, ਕੁਛ ਨਹੀਂ ਹੈ। ਪਰ ਨਿਰਾ ਚੁੱਪ ਹੀ ਰਹੀ ਜਾਣਾ, ਬੋਲਣਾ ਹੀ ਨਾ ਕਿਸੇ ਦੇ ਨਾਲ, ਇਹ ਵੀ ਕੋਈ ਬਹੁਤੀ ਚੰਗੀ ਮੱਤ ਨਹੀਂ ਹੁੰਦੀ ਹੈ। ਸਮਾਜ ਦੇ ਵਿੱਚ ਬਹੁਤਾ ਘੱਟ ਤੇ ਬਿਲਕੁਲ ਵੀ ਜਿਹੜਾ ਬੋਲਦਾ ਨਹੀਂ ਹੈ ਉਸ ਬੰਦੇ ਨੂੰ ਚੰਗਾ ਨਹੀਂ ਸਮਝਿਆ ਜਾਂਦਾ, ਬੋਲਦਾ ਨਹੀਂ ਹੈ। ਕਾਰਨ ਕੀ ਹੈ? ਜਿਹੜੀ ਮਨੁੱਖ ਦੇ ਬੋਲਾਂ ਦੇ ਨਾਲ ਹੈ ਇਹ ਬਹੁਤੀ ਜ਼ਹਿਰ ਮਨੁੱਖ ਦੇ ਬਾਹਰ ਨਿਕਲ ਜਾਂਦੀ ਹੈ। ਜਿਹੜੇ ਜਮਾ ਹੀ ਨਹੀਂ ਬੋਲਦੇ ਉਹਨਾਂ ਦੇ ਅੰਦਰ ਹਲਕਾ ਪੈਦਾ ਹੋ ਜਾਂਦਾ ਹੈ, ਹਲਕਾ ਪੈਦਾ ਹੋ ਜਾਂਦਾ ਹੈ। ਤੇ ਜਿਵੇਂ ਜਿਵੇਂ ਉਹ ਜ਼ਹਿਰ ਵਾਰੀ ਅੰਦਰ ਡਿੱਗੀ ਜਾਂਦੀ ਹੈ, ਹਲਕਾ ਪੈਦਾ ਹੋ ਜਾਂਦਾ ਹੈ। ਨਾ ਬੋਲਣ ਵਾਲਾ ਮਨੁੱਖ ਜੈਸਾ ਮਾੜਾ ਕਰਮ ਕਰ ਬੈਂਦਾ ਉਹ ਬੋਲਣ ਵਾਲਾ ਨਹੀਂ ਕਰਦਾ। ਇਹ ਤੇ ਸਮਾਜ ਦੇ ਵਿੱਚ ਅਸੀਂ ਵਿਚਰਦੇ ਹਾਂ, ਸਾਨੂੰ ਇਹਨਾਂ ਗੱਲਾਂ ਦਾ ਆਮ ਪਤਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ, ਬਹੁਤਾ ਵੀ ਨਹੀਂ ਬੋਲਣਾ ਤੇ ਇੰਨਾ ਘੱਟ ਵੀ ਨਹੀਂ ਬੋਲਣਾ ਕਿ ਸਮਾਜ ਦੀਆਂ ਨਜ਼ਰਾਂ ਦੇ ਵਿੱਚ ਅਸੀਂ ਸਮਾਜ ਨੂੰ ਲੱਗੀਏ ਕਿ ਬੋਲਦੇ ਨਹੀਂ ਆ। ਤੁਸੀਂ ਆਪਣੇ ਬਚਨ ਬਹੁਤੇ ਬੋਲਦੇ ਵੀ ਨਹੀਂ ਹੋ, ਤੇ ਜੇ ਤੁਸੀਂ ਬਹੁਤਾ ਬੋਲੋਗੇ ਨਹੀਂ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਅੰਦਰੋਂ ਬੜੇ ਸੱਚੇ ਤੇ ਸੁੱਚੇ ਬੈਠੇ। ਤੇ ਜੇ ਤੁਸੀਂ ਇਸ਼ਨਾਨ ਪਾਣ ਕਰਨਾ ਹੈ, ਬੜੀ ਸੁਚਮ ਦੇ ਨਾਲ ਪਾਣੀ ਇਕੱਠਾ ਕਰਦੇ ਹੋ, ਬੜੀ ਸੁਚਮ ਦੇ ਨਾਲ ਇਸ਼ਨਾਨ ਕਰਦੇ ਹੋ, ਬੜੀ ਸੁਚਮ ਦੇ ਨਾਲ ਇਸ਼ਨਾਨ ਕੀਤਾ ਜਾਂਦਾ ਹੈ। ਇੱਥੇ ਤਾਂ ਉਹ ਪਾਸ ਹੋਏ ਨੇ, ਗੜਵਾ ਸਿੱਟਿਆ ਸੀ ਗੁਰੂ ਨਾਨਕ ਮਹਾਰਾਜ ਨੇ ਚਿੱਕੜ ਦੇ ਵਿੱਚ। ਬਾਬੇ ਸ਼੍ਰੀ ਚੰਦ ਨੂੰ ਕਿਹਾ, ਕਹਿੰਦੇ ਲੈ ਕੇ ਆ ਕੱਢ ਕੇ। ਕਹਿੰਦੇ ਮਹਾਰਾਜ ਇੱਕ ਗੜਵਾ ਹੀ ਹੈ, ਪਿਤਾ ਜੀ ਤੁਸੀਂ ਬੁੱਢੇ ਹੋ ਗਏ ਹੋ, ਹੋਰ ਲੈ ਲਾਂਗੇ। ਬਾਬੇ ਲక్ష్ਮੀ ਚੰਦ ਨੂੰ ਕਿਹਾ, ਉਹ ਵੀ ਕਹਿਣ ਲੱਗੇ ਮਹਾਰਾਜ ਹੋਰ ਲੈ ਲਾਂਗੇ, ਇੱਕ ਗੜਵਾ ਹੀ ਹੈ। ਜਦੋਂ ਭਾਈ ਲਹਿਣੇ ਨੂੰ ਕਿਹਾ ਨਾ ਕਿ ਗੜਵਾ ਕੱਢ ਕੇ ਲੈ ਕੇ ਆ, ਹੁਕਮ ਮੰਨ ਕੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਚਿੱਕੜ ਦੇ ਵਿੱਚ ਛਾਲ ਮਾਰ ਗਿਆ ਤੇ ਉਹਦੇ ਵਿੱਚੋਂ ਗੜਵਾ ਕੱਢ ਲਿਆ। ਇੱਥੇ ਇਸ ਦਰ ਤੇ ਉਹ ਪਾਸ ਹੋਏ ਨੇ ਜਿਹੜੇ ਚਿੱਕੜ ਦੇ ਵਿੱਚ ਦੇ ਲੰਘ ਕੇ ਆਏ, ਜਿਨ੍ਹਾਂ ਨੇ ਹੁਕਮ ਮੰਨਿਆ। ਕੇਵਲ ਤੇ ਕੇਵਲ ਗੁਰੂ ਸਾਹਿਬ ਜੀ ਮਹਾਰਾਜ ਦਾ ਹੁਕਮ ਤੇ ਗੱਲ ਖੜੀ ਹੈ ਕਿ ਕਿੰਨਾ ਕੋਈ ਹੁਕਮ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦਾ ਮੰਨਦਾ ਹੈ। ਅਕਾਲ ਪੁਰਖ ਮਹਾਰਾਜ ਜੀ ਕਿਰਪਾ ਕਰਨ। ਇਹ ਸੋਧੀਆਂ ਵਾਸਤੇ ਗੁਰੂ ਨਾਨਕ ਮਹਾਰਾਜ ਨੇ ਇਹ ਪੰਗਤੀ ਉਚਾਰਨ ਕੀਤੀ ਹੈ ਕਿ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਤੁਸੀਂ ਜਿੰਨਾ ਮਰਜ਼ੀ ਸੋਧ ਕੇ ਵਸਤਰ ਪਾ ਲਓ, ਸੋਧ ਕੇ ਇਸ਼ਨਾਨ ਕਰੋ, ਸੋਧ ਕੇ ਆਪਣੇ ਬਚਨ ਬੋਲੋ, ਜੋ ਤੁਸੀਂ ਕਰਨਾ ਹੈ ਕਰੋ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਇਹਦੇ ਨਾਲ ਤੁਹਾਡਾ ਜਿਹੜਾ ਮਨ ਹੈ ਇਹ ਸੱਚਾ ਨਹੀਂ ਹੋਣ ਲੱਗਿਆ।
सोचै सोच न होवई जे सोची लख वार। तुसीं एक वारी की गल करते हो कि 2-4 वालियां की गल करते हो? महाराज ने लख वार की गल की है, लखां वारी करी जाओ तुसीं सोधां अपने शरीर दियां। बहुती सारी की सारी जिंदगी शरीर दियां सोधां दे विच ला दिंदे ने, सारी जिंदगी शरीर नूं सवारते रहंदे ने। गुरु साहिब जी महाराज कहते जे सवारना है अपना मन सवार, क्योंकि मन ने तेरे ने भगवान तक पहुँचना। शरीर का सवार के की करेगा? इन्हें तो शमशान घाट दे विच ही जाके मचना, उत्थे खत्म होना इसने। गुरु नानक देव साहिब जी महाराज का उपदेश ये सोधी मत वास्ते, ਜਿਹੜੇ ਸੋਧੀ ने ਅਸੀਂ ਕਹਿੰਦੇ ਹਾਂ गुरु नानक बाबे नानक दे सानू बाणी सीधे रस्ते सिखाउंदी है। बाबे नानक दी बाणी रस्ता सिखाउंदी भी किहड़ा जरा भी ध्यान मार लिया करी, क्योंकि बहुत सारियां जिंदगियां हुंदियां वो केवल ते केवल चंगा खाण पीण वास्ते, चंगा पहनण हंडाउण वास्ते, चंगा देखण वास्ते, चंगा बोलण वास्ते, सारी दी सारी जिंदगी इन्हां चीज़ां 'ਚ खप जांदियां ने। गुरु नानक महाराज ने सानू सुचेत कीता, देखी कदे इस भुलेखे दे विच ना रही। बहुते चंगे कपड़े पाउण दे नाल तूं चंगा नहीं होण लग्या, बहुते चंगे बोल बोलण दे नाल तूं चंगा नहीं होण लग्या, बहुता चंगा खाना खाण दे नाल तूं चंगा नहीं होण लग्या, बहुती अपनी तलाई किसी नूं नहीं दिंदा, किसी दे हत्थ दा भोजन नहीं छकदा, इहदे नाल तूं कोई बहुता चंगा नहीं होण लग्या। गुरु नानक महाराज जी कहंदे सोचै सोच ना होवे जे सोची लख वार। सोधियां मत वास्ते ये 4 मत चलदे सी गुरु नानक देव साहिब जी महाराज जियां दे वेले। अगाहां वालियां जिहड़ियां पंक्तियां ने 3 मत होर ने जिन्हां नूं गुरु नानक देव साहिब जी महाराज दा साझा उपदेश अकाल पुरख महाराज ने बख्शिया। समा समा समर्थ है गुरु साहिब जी महाराज दोबारा फिर किरपा करनगे। निता प्रति कर्म अनुसार परमेश्वर के चरणों में आपां बैठते हैं। गुरु साहिब जी महाराज ने जिस दिन दोबारा किरपा की उस दिन बाकी दियां 3 मत्तां जिहड़ियां वो आपां गुरु साहिब जी महाराज के चरणों के विचों सरवण करांगे। समाप्ति का समा, भुल्लां चुकां दी खिमा। आईयां संगतां दा धन्नवाद। प्रेम दे नाल सारी संगत बुलाओ फतेह। वाहिगुरू जी का खालसा, वाहिगुरू जी की फतेह।